ਪ੍ਰਾਊਡ ਸਿੱਖ ਐਂਟਰਪ੍ਰੈਨਿਓਰ ਦੇ ਅੱਜ ਦੇ ਸਫ਼ਰ ਵਿੱਚ ਸਾਡੇ ਨਾਲ ਹਨ ਹਰਨੀਤ ਸਿੰਘ ਆਨੰਦ ਜੀ, ਜੋ ਕਿ Key2 ਵੀਜ਼ਾ ਦੇ ਓਨਰ ਹਨ। ਯਾਨੀ ਕਿ ਭਾਰਤ ਵਾਸੀਆਂ ਦੇ ਬਾਹਰ ਜਾਣ ਦੇ ਸੁਪਨਿਆਂ ਨੂੰ ਉਹ ਪੂਰਾ ਕਰਦੇ ਹਨ, ਵੀਜ਼ਾ ਪ੍ਰੋਵਾਈਡ ਕਰਦੇ ਹਨ ਆਸਟ੍ਰੇਲੀਆ ਔਰ ਕੈਨੇਡਾ ਲਈ। ਅਤੇ ਨਾਲ ਹੀ ਇਵੈਂਟ ਮੈਨੇਜਮੈਂਟ ਕੰਪਨੀ ਦੇ ਓਨਰ ਵੀ ਹਨ, ਦਾ ਇਵੈਂਟਸ ਮੈਨੋਰ। ਹਰਨੀਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਪ੍ਰੋਫੈਸ਼ਨਲ ਲਾਈਫ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਔਰ ਕਿਸ ਆਈਡੀਆ ਨਾਲ ਹੋਈ ਸੀ? ਪ੍ਰੋਫੈਸ਼ਨਲ ਲਾਈਫ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਜੀ ਕਿ ਮੈਂ 2000 ਵਿੱਚ ਆਸਟ੍ਰੇਲੀਆ ਗਿਆ ਪੜ੍ਹਨ ਵਾਸਤੇ। ਕੁਝ ਸਾਲ ਰਹਿਣ ਦੇ ਬਾਅਦ ਮੈਂ ਇਹ ਦੇਖਿਆ ਕਿ ਪਹਿਲੇ ਤੇ ਬਹੁਤ ਹੀ ਵਿਰਲਾ ਇੰਡੀਅਨ ਆਂਦਾ ਸੀ ਉੱਥੇ ਪੜ੍ਹਨ ਵਾਸਤੇ। ਆਫਟਰ 2005-6 ਕਾਫੀ ਪੰਜਾਬ ਤੋਂ ਕਮਿਊਨਿਟੀ ਆਉਣੀ ਸ਼ੁਰੂ ਹੋਈ, ਆਪਣੇ ਸਿੱਖ ਭਾਈ ਭੈਣ ਆਉਣੇ ਸ਼ੁਰੂ ਹੋਏ ਅਤੇ ਮੈਂ ਦੇਖਿਆ ਕਿ ਉਹਨਾਂ ਨਾਲ ਕਿੰਨਾ ਧੱਕਾ ਹੁੰਦਾ। ਏਜੰਟਸ ਉਹਨਾਂ ਨੂੰ ਗਲਤ ਕਾਲਜ ਭੇਜਦੇ ਸੀ, ਰਾਈਟ ਕੋਰਸ ਉਹਨਾਂ ਨੂੰ ਨਹੀਂ ਮਿਲਦਾ ਸੀ, PR ਵਾਸਤੇ ਉਹ ਸਟਰਗਲ ਕਰਦੇ ਸੀ, ਕਈ EMPLOYERS ਉਹਨਾਂ ਨੂੰ ਐਕਸਪਲੋਇਟ ਵੀ ਕਰਦੇ ਸੀ। ਅਤੇ 2010 ਵਿੱਚ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਕਮਿਊਨਿਟੀ ਵਾਸਤੇ ਕੁਝ ਕਰਾਂ। ਔਰ ਅਪਾਰਟ ਫਰੋਮ ਵਟ ਆਈ ਵਾਜ਼ ਡੂਇੰਗ ਇਨਟੂ ਐਕਸਪੋਰਟਸ ਐਂਡ ਰੀਅਲ ਸਟੇਟ, ਮੈਂ ਉਹਨੂੰ ਛੱਡ ਕੇ ਮੈਂ ਇਮੀਗ੍ਰੇਸ਼ਨ ਲਾਅ ਕੀਤਾ। ਉਹਦੇ ਬਾਅਦ ਮੇਰੀ ਜਰਨੀ ਸ਼ੁਰੂ ਹੋਈ ਵਿਦ Key2 ਵੀਜ਼ਾਸ ਅਤੇ ਅੱਜ ਮੈਨੂੰ ਕਰੀਬਨ 11 ਸਾਲ ਹੋ ਗਏ ਨੇ। ਅਤੇ ਮੈਂ ਪਹਿਲੇ ਆਸਟ੍ਰੇਲੀਆ ਐਕਸਕਲੂਸਿਵਲੀ ਕਰਦਾ ਸੀ ਅਤੇ ਹੁਣ ਮੇਰੀ ਟੀਮ ਵੈਨਕੂਵਰ ਵਿੱਚ ਵੀ ਹੈਗੀ ਹੈ ਅਤੇ ਉਹਨਾਂ ਨਾਲ ਮੈਂ ਪੂਰਾ ਕੈਨੇਡੀਅਨ ਮਾਈਗ੍ਰੇਸ਼ਨ ਦੇਖਦਾ। ਸਾਰੇ ਏਜੰਟਸ ਲਾਇਸੈਂਸਡ ਹੈਗੇ ਨੇ ਅਤੇ ਸਾਡੀ ਜੋ ਵੀ ਫਾਈਲ ਹੁੰਦੀ ਹੈ ਜਾਂ ਤਾਂ ਮੈਲਬਨ ਤੋਂ ਲੱਗਦੀ ਹੈ ਜਾਂ ਤਾਂ ਕੈਨੇਡਾ ਤੋਂ ਲੱਗਦੀ ਹੈ। ਅਤੇ ਇੱਥੇ ਮੇਰਾ ਆਉਣਾ ਹੋਇਆ ਹੈ ਕਰੀਬਨ 2-3 ਮਹੀਨੇ ਪਹਿਲੇ। ਦ ਰੀਜ਼ਨ ਬਿਹਾਈਂਡ ਕਿ ਇੱਥੇ ਮੈਂ ਆਪਣਾ ਆਪਰੇਸ਼ਨ ਸ਼ੁਰੂ ਕਰ ਰਿਹਾ ਇਮੀਗ੍ਰੇਸ਼ਨ ਦਾ, ਕਿਉਂਕਿ ਮੈਂ ਇੱਥੇ ਵੀ ਨੋਟਿਸ ਇਹੀ ਕੀਤਾ ਹੈ ਕਿ ਜੋ ਏਜੰਟਸ ਹੈਗੇ ਨੇ ਉਹ ਗਲਤ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਨੇ। ਉਹਨਾਂ ਨੇ ਸ਼ੋਰੂਮ ਤੇ ਖੋਲ੍ਹ ਕੇ ਰੱਖੇ ਹਨ, ਮੈਂ ਇਹਨਾਂ ਨੂੰ ਸ਼ੋਰੂਮ ਕਹਿੰਦਾ, ਜਿੱਥੇ ਉਹਨਾਂ ਨੇ ਸੇਲਸ ਗਰਲਸ ਐਂਡ ਬॉयਜ਼ ਨੂੰ ਬਿਠਾਇਆ ਹੋਇਆ ਵਿਦਆਊਟ ਨੋ ਨੌਲੇਜ ਅਬਾਊਟ ਦ ਇਮੀਗ੍ਰੇਸ਼ਨ। ਸੋ ਜਿਸ ਦੀ PR ਵੀ ਹੋ ਸਕਦੀ ਹੈ, ਉਹਨੂੰ ਵੀ ਕਹਿੰਦੇ ਤੁਸੀਂ ਜਾ ਕੇ ਸਟੂਡੈਂਟ ਵੀਜ਼ਾ ਲੈ ਲਓ, ਕਿਉਂਕਿ ਇਹਨਾਂ ਨੂੰ ਐਕਸਪਰਟੀਜ਼ ਹੀ ਨਹੀਂ ਹੈ ਕਿ PR ਲਗਾਉਣੀ ਕਿਸ ਤਰ੍ਹਾਂ ਫਾਈਲ, ਸਪੈਸ਼ਲੀ ਫॉर ਆਸਟ੍ਰੇਲੀਆ। ਅਤੇ ਮੇਰਾ ਮੇਨ ਪਰਪਸ ਆਉਣ ਦਾ ਇੰਡੀਆ ਇਹ ਵੀ ਹੈਗਾ। ਅਤੇ ਨਾਲ ਜਿਸ ਤਰ੍ਹਾਂ ਮੈਮ ਨੇ ਕਿਹਾ ਕਿ ਮੈਂ ਹੁਣ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਵੀ ਸ਼ੁਰੂ ਕੀਤੀ ਹੈ। ਆਈ ਆਲਵੇਜ਼ ਬਿਲੀਵ ਟੂ ਡਿਵਰਸੀਫਾਈ, ਕਿ ਹਮੇਸ਼ਾ ਅਗਰ ਤੁਹਾਨੂੰ ਕੋਈ ਓਪਰਚੁਨਿਟੀ ਆਉਂਦੀ ਹੈ ਅੱਗੋਂ, ਆਮ ਦ ਓਨਲੀ ਵਨ ਦੈਟ ਵੂ ਬਿਲੀਵਸ ਕਿ ਇਹਨੂੰ ਗ੍ਰੈਬ ਕੀਤਾ ਜਾਏ। ਬੇਸ਼ੱਕ ਮੇਰੀ ਲਾਈਨ ਹੋਏ ਨਾ ਹੋਏ, ਵਾਹਿਗੁਰੂ ਦਾ ਨਾਲ ਲੈ ਕੇ ਚਲੋ, ਸਭ ਭਲਾ ਹੀ ਭਲਾ। ਥੈਂਕ ਯੂ। ਅਤੇ ਆਈਡੀਆ ਜਿਵੇਂ ਤੁਸੀਂ ਦੱਸਿਆ ਕਿ ਇਮੀਗ੍ਰੇਸ਼ਨ ਔਰ ਵੀਜ਼ਾ ਸਰਵਿਸਿਜ਼ ਵਾਸਤੇ ਸੀਗਾ ਕਿ ਲੋਕਾਂ ਦੀ ਹੈਲਪ ਕਰਨਾ। ਹਾਂਜੀ। ਅਤੇ ਕਿੰਨੇ ਸੈਟਿਸਫੈਕਸ਼ਨ ਅੱਜ ਤੁਹਾਨੂੰ ਮਿਲਦਾ ਹੈ? ਜਿਵੇਂ ਤੁਸੀਂ ਦੱਸਿਆ 11 ਸਾਲ ਤੁਹਾਨੂੰ ਹੋ ਗਏ। ਮੈਨੂੰ ਬਹੁਤ ਸੈਟਿਸਫੈਕਸ਼ਨ ਮਿਲਦਾ ਹੈ। ਇਟਸ ਲਾਈਕ ਫੂਡ ਫॉर ਮਾਈ ਸੋਲ। ਮੇਰੀ ਆਤਮਾ ਤ੍ਰਿਪਤ ਹੁੰਦੀ ਹੈ ਜਦ ਮੈਂ ਕਿਸੇ ਦਾ ਕੰਮ ਤਰੀਕੇ ਨਾਲ ਕਰਾਉਣਾ। ਇੱਕ ਨੰਬਰ ਵਿੱਚ ਕੰਮ ਹੁੰਦਾ ਹੈ, ਬੱਚਾ ਵੀ ਖੁਸ਼, ਉਸਦੇ ਪੇਰੈਂਟਸ ਵੀ ਖੁਸ਼, ਅਤੇ ਇੱਕ ਕਹਿੰਦੇ ਨਾ ਸੁੱਖ ਦੀ ਨੀਂਦ ਰਾਤੀ ਆਉਂਦੀ ਹੈ। ਅਤੇ ਕੋਈ ਇਨਸੀਡੈਂਟ ਐਸਾ, ਕੋਈ ਐਕਸਪੀਰੀਅੰਸ ਐਸਾ ਜਿਸ ਨੂੰ ਤੁਸੀਂ ਬਾਹਰ ਸਟੱਡੀ ਵੀਜ਼ਾ 'ਤੇ ਭੇਜਿਆ ਹੋਵੇ, ਜਾਂ ਬਹੁਤ ਜ਼ਰੂਰੀ ਕਿਸੇ ਨੇ ਜਾਣਾ ਸੀ ਅਤੇ ਉਹਨਾਂ ਨੇ ਥੈਂਕਸ ਤੁਹਾਨੂੰ ਕੀਤਾ ਹੋਵੇ? ਹਾਂਜੀ, ਇਸ ਤਰ੍ਹਾਂ ਦੇ ਬਹੁਤ ਸੇ ਕੇਸਿਸ ਹੈਗੇ ਨੇ ਜਿੱਥੇ ਕੁਝ ਯਾਦ ਹੋਵੇ ਤੁਹਾਨੂੰ? ਹਾਂਜੀ, ਮੈਂ ਤੁਹਾਨੂੰ ਇੱਕ ਪਾਰਟਨਰ ਵੀਜ਼ਾ ਦਾ ਕੇਸ ਦੱਸ ਦਿਆਂ। ਉਹ ਕਪਲ ਹੈਗਾ ਇਸ ਟਾਈਮ 'ਤੇ ਜੀ ਕੁਈਨਜ਼ਲੈਂਡ ਵਿੱਚ, ਆਸਟ੍ਰੇਲੀਆ। ਉਹਨਾਂ ਨੇ ਫਾਈਲ ਲਗਾਈ ਅੰਮ੍ਰਿਤਸਰ ਤੋਂ, ਕਰੀਬਨ 1.5 ਸਾਲ ਤੱਕ ਜੀ ਉਹਨਾਂ ਦੇ ਕੁਛ ਨਹੀਂ ਹੋਇਆ। ਉਹ ਸਿਰਫ ਫਾਈਲ ਘੁੰਮਦੀ ਜਾ ਰਹੀ ਸੀ ਵੀਜ਼ਾ ਆਫਿਸਰ ਨਾਲ, ਕਿਉਂਕਿ ਡਾਕੂਮੈਂਟੇਸ਼ਨ ਜਿਸ ਬੰਦੇ ਨੇ ਲਗਾਈ ਸੀ ਉਹਨੇ ਬਿਲਕੁਲ ਇਨਕਰੈਕਟ ਡਾਕੂਮੈਂਟੇਸ਼ਨ ਲਗਾਈ ਸੀ। ਅਤੇ ਵੀਜ਼ਾ ਆਫਿਸਰ ਵੀ ਕਨਫਿਊਜ਼ ਸੀਗਾ, ਉਹ ਬਾਰ-ਬਾਰ ਮੰਗਦਾ ਸੀ, ਉਹਨਾਂ ਬਾਰ-ਬਾਰ ਪ੍ਰੋਵਾਈਡ ਕਰਦੇ ਸੀ, ਪਰ ਕੋਈ ਸੋਲੂਸ਼ਨ ਨਹੀਂ ਆ ਰਿਹਾ ਸੀ। ਅਤੇ ਉਹ ਮੇਰੇ ਕੋਲ ਫਾਈਲ ਲੈ ਕੇ ਆਏ, ਉਹਨਾਂ ਨੇ ਕਿਹਾ ਜੀ ਤੁਸੀਂ ਹੈਲਪ ਕਰ ਸਕਦੇ ਹੋ। ਮੈਂ ਫਾਈਲ ਦੇਖੀ, ਮੈਂ ਦੇਖਿਆ ਕਿੰਨੀ ਕਮੀਆਂ ਸੀ ਉਸ ਫਾਈਲ ਵਿੱਚ। ਮੈਂ ਸਭ ਨੂੰ ਰੈਕਟੀਫਾਈ ਕੀਤਾ ਉਸਨੂੰ, ਅਤੇ ਵਿਦਨ ਸਪੈਨ ਆਫ 4 months ਉਹਨਾਂ ਦਾ ਫੁੱਲ ਪਾਰਟਨਰ ਵੀਜ਼ਾ PR ਆ ਗਈ। ਅਤੇ ਉਹਨਾਂ ਦਾ ਅੱਜ ਵੀ ਗ੍ਰੈਟੀਚਿਊਡ ਹੈ। ਉਹਦੇ ਬਾਅਦ ਉਹਨਾਂ ਨੇ ਮੈਨੂੰ 5 ਹੋਰ ਲੋਕਾਂ ਦੇ ਆਪਣੀ ਫੈਮਿਲੀ ਵਿੱਚੋਂ ਵੀਜ਼ਾ ਦਿੱਤੇ ਕਰਨ ਵਾਸਤੇ। ਆਪਣੀ ਸਿਸਟਰ ਇਨ ਲਾਅ ਦਾ ਦਿੱਤਾ, ਉਹਨਾਂ ਦਾ ਮੈਂ ਗ੍ਰੈਜੂਏਟ ਵੀਜ਼ਾ ਕਰਾਇਆ। ਫਿਰ ਉਹਨਾਂ PR ਪਾ ਰਿਹਾ ਉਹਨਾਂ ਦੀ। ਉਹਨਾਂ ਨੇ ਆਪਣੇ ਭਰਾ ਦਾ ਸਟੂਡੈਂਟ ਵੀਜ਼ਾ ਕਰਾਇਆ। ਹੁਣ ਉਹਨਾਂ ਦੇ ਪੇਰੈਂਟਸ, ਲਾਕਡਾਊਨ ਜਿਸ ਤਰ੍ਹਾਂ ਖੁੱਲ੍ਹ ਰਿਹਾ ਅਤੇ ਪੇਰੈਂਟਸ ਦੇ ਬ੍ਰਦਰ ਆਉਣਾ ਹੈ, ਉਹਨਾਂ ਦਾ ਟੂਰਿਸਟ ਵੀਜ਼ਾ ਵੀ ਸਾਰਾ ਕੁਝ ਮੇਰੇ ਕੋਲ ਆਇਆ। ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਹੈਗੇ ਜਿੱਥੇ ਲੋਕਾਂ ਨੂੰ EMPLOYERS ਨੇ ਐਕਸਪਲੋਇਟ ਕੀਤਾ, ਬੁਲਾ ਕੇ ਆਪਣੇ ਰੈਸਟੋਰੈਂਟ ਬੰਦ ਕਰ ਦਿੱਤੇ, ਐਂਡ ਦੇ ਵਰ ਮਿਡਲ ਆਫ ਨੋਵੇਅਰ। ਉਹਨਾਂ ਨੂੰ ਹੈਲਪ ਕਰਨੀ, ਉਹਨਾਂ ਨੂੰ ਰਾਈਟ ਗਾਈਡ ਕਰਨਾ, ਨਏ ਰੈਸਟੋਰੈਂਟ ਵਿੱਚ ਉਹਨਾਂ ਨੂੰ ਐਡਜਸਟ ਕਰਨਾ, ਅਤੇ ਇਸ ਤਰ੍ਹਾਂ ਦੇ ਕਾਫੀ ਇੰਸੀਡੈਂਟਸ। ਯਾਨੀ ਕਾਉਂਸਲਿੰਗ ਵੀ ਤੁਹਾਡੀ ਜੌਬ ਦਾ ਹਿੱਸਾ ਇੱਕ ਤਰ੍ਹਾਂ ਨਾਲ? ਬਿਲਕੁਲ ਜੀ, ਕਰੀਅਰ ਕਾਉਂਸਲਿੰਗ ਬਿਲਕੁਲ ਜੌਬ ਦਾ ਹਿੱਸਾ ਹੈ, ਕਿਉਂਕਿ ਉਹੀ ਇੱਕ ਸਟਾਰਟ ਪੁਆਇੰਟ ਹੈ। ਪ੍ਰੋਬਲਮ ਇੱਥੇ ਹੈਗੀ ਹੈ ਕਿ ਜੋ ਆਮ ਏਜੰਟ ਹੈ ਉਹ ਆਪਣੇ ਆਪ ਨੂੰ ਥੋਪਦਾ ਹੈ ਕਿ ਜੀ ਮੈਨੂੰ ਤਾਂ ਇਹ ਪਤਾ ਤੁਸੀਂ ਇਹ ਕੋਰਸ ਕਰ ਲਓ,
ਮੇਰੀ ਰਿਵਰਸ ਸਾਈਕੋਲੋਜੀ ਹੈ, ਮੈਂ ਬੱਚਿਆਂ ਨੂੰ ਸੁਣਨਾ ਚਾਹੁੰਦਾ ਕਿ ਬੱਚਾ ਕੀ ਕਰਨਾ ਚਾਹੁੰਦਾ ਹੈ। ਅਗਰ ਬੱਚਾ ਸ਼ੈਫ ਬਣਨਾ ਚਾਹੁੰਦਾ ਹੈ ਔਰ ਮੈਂ ਉਹਨੂੰ ਭੇਜ ਰਿਹਾ ਗ੍ਰਾਫਿਕ ਡਿਜ਼ਾਈਨਿੰਗ ਵਾਸਤੇ, ਤੇ ਮੈਂ ਗਲਤ ਕਰ ਰਿਹਾ, ਕਿਉਂਕਿ ਉਸਦੀ ਲਾਈਨ ਨਹੀਂ ਹੈਗੀ। ਉਹ ਉੱਥੇ ਜਾ ਕੇ ਪੜ੍ਹੇਗਾ ਨਹੀਂ, ਉਹ ਸਟਰਗਲ ਕਰੇਗਾ, ਕਿਉਂਕਿ ਉਹ ਕਦੀ ਕਰਨਾ ਹੀ ਨਹੀਂ ਚਾਹੁੰਦਾ ਸੀ ਉਹ। ਪਰ ਜੋ ਬੱਚਾ ਦਾ ਪੈਸ਼ਨ ਹੈਗਾ ਕਿ ਮੈਂ ਸ਼ੈਫ ਕਰਨਾ ਚਾਹੁੰਦਾ, ਤਾਂ ਮੈਂ ਚਾਹੁੰਦਾ ਕਿ ਹਸਪਿਟੈਲਿਟੀ ਵਿੱਚ ਜਾਏ, ਉੱਥੇ ਮੈਨੇਜਮੈਂਟ ਕਰੇ, ਅੱਛੇ ਰੈਸਟੋਰੈਂਟਸ ਗਲੋਬਲੀ ਕੰਮ ਕਰੇ, ਕਰੂਜ਼ਸ ਤੇ ਜਾਏ। ਤੇ ਉਸੇ ਤਰ੍ਹਾਂ ਮੈਂ ਕੋਸ਼ਿਸ਼ ਇਹ ਕਰਦਾ ਕਿ ਪਹਿਲੇ ਮੈਂ ਸਮਝਾਂ ਉਸ ਬੱਚੇ ਦੀ ਸਾਈਕੋਲੋਜੀ, ਤੇ ਫਿਰ ਮੈਂ ਉਸ ਨੂੰ ਇੰਪਲੀਮੈਂਟ ਕਰਾਂ ਰਾਈਟ ਵੇ ਵਿੱਚ। ਜੀ, ਯਾਨੀ ਰਾਈਟ ਕਰੀਅਰ ਕੀ ਹੈ ਬੱਚੇ ਵਾਸਤੇ ਜੋ ਤੁਹਾਡੇ ਕੋਲ ਆਉਂਦੇ ਆ, ਤੁਸੀਂ ਇਹਦਾ ਵੀ ਧਿਆਨ ਰੱਖਦੇ ਹੋ? ਹਾਂਜੀ, ਕਿਉਂਕਿ ਕਈ ਪੇਰੈਂਟਸ ਕਹਿੰਦੇ ਹਨ ਜੀ ਅਸੀਂ ਬੱਚੇ ਨੂੰ ਬਾਹਰ ਭੇਜਣਾ ਹੈ, ਤੇ ਤੁਸੀਂ ਗਾਈਡ ਕਰੋ ਕਿ ਪੀਆਰ ਕਿਸ ਤਰ੍ਹਾਂ ਹੋ ਸਕਦੀ ਹੈ। ਤੇ ਕੁਝ ਸੈਟ ਨॉर्म्स ਚੱਲ ਰਹੇ ਹਨ ਬਹੁਤ ਟਾਈਮ ਤੋਂ, 10 ਸਾਲ ਤੋਂ, ਕਿ ਇਸ ਤਰ੍ਹਾਂ ਆਈਟੀ ਹੈਗਾ, ਉਹ ਪੀਆਰ ਦਿੰਦਾ ਹੀ ਦਿੰਦਾ ਹੈ ਬੱਚਿਆਂ ਨੂੰ, ਅਗਰ ਉਹ ਰਾਈਟ ਕੋਰਸਿਸ ਚੂਜ਼ ਕਰਦੇ ਨੇ, ਰਾਈਟ। ਜਿਸ ਤਰ੍ਹਾਂ ਪਰ ਐਜ਼ ਅ ਏਜੰਟ ਯੂ ਹੈਵ ਟੂ ਬੀ ਡਾਇਨਾਮਿਕ ਐਜ਼ ਵੈਲ, ਕਿ ਜਿਸ ਤਰ੍ਹਾਂ ਆਈਟੀ ਹੈਗਾ, ਉਹ ਆਈਟੀ ਵਿੱਚ ਇਸ ਤਰ੍ਹਾਂ ਸਾਈਬਰ ਸਿਕਿਉਰਿਟੀ ਹੈਗੀ ਹੈ, ਕਲਾਊਡ ਪ੍ਰੋਗਰਾਮਿੰਗ ਹੈਗੀ ਹੈ। ਤਾਂ ਆਪਣੇ ਆਪ ਨੂੰ ਅਪਡੇਟ ਕਰਨਾ ਵੀ ਜ਼ਰੂਰੀ ਹੈਗਾ ਕਿ ਬੱਚੇ ਨੂੰ ਕਿਸ ਫੀਲਡ ਵਿੱਚ ਡਾਲੀਏ ਜਿੱਥੇ ਉਹ ਪੈਸਾ ਕਮਾਏ। ਲਾਈਕ ਡਿਜੀਟਲ ਮਾਰਕੀਟਿੰਗ ਇਜ਼ ਵਨ ਥਿੰਗ, ਡਾਟਾ ਸਾਇੰਸ, ਅਸੀਂ ਬਿਗ ਡਾਟਾ ਦੀ ਗੱਲ ਕਰਦੇ ਹਾਂ। ਫੋਰ ਐਗਜ਼ਾਮਪਲ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹਾਂ, ਉਹਦੇ ਬਾਅਦ ਸਾਨੂੰ ਐਡਸ ਦਿਖਦੀਆਂ ਕਿ ਅਸੀਂ ਸ਼ੂਜ਼ ਕਿੱਥੋਂ ਲਿੱਤੇ, ਬਾਰ-ਬਾਰ ਹਰ ਨਿਊਜ਼ਪੇਪਰ ਤੇ, ਹਰ ਮੋਬਾਈਲ ਤੇ, YouTube ਤੇ ਤੁਹਾਨੂੰ ਉਹੀ ਚੀਜ਼ ਦਿਖਦੀ ਹੈ ਜੋ ਤੁਸੀਂ ਬਰਾਊਜ਼ ਕਰਦੇ ਹੋ। ਦੈਟ ਇਜ਼ ਬਿਗ ਡਾਟਾ। ਤੇ ਇਸ ਵਿੱਚ ਬਹੁਤ ਸਕੋਪ ਹੈ ਬੱਚਿਆਂ ਵਾਸਤੇ ਅੱਗੇ, ਆਸਟ੍ਰੇਲੀਆ ਵਿੱਚ ਤੇ ਕੈਨੇਡਾ ਵਿੱਚ ਅੱਗੇ ਜੌਬ ਲੈਣ ਦਾ ਵੀ, ਪੀਆਰ ਲੈਣ ਦਾ ਵੀ, ਤੇ ਅੱਛੀ ਆਰਗੇਨਾਈਜੇਸ਼ਨ ਦਾ ਕੰਮ ਕਰਨ ਦਾ ਵੀ। ਪਰ ਜ਼ਿਆਦਾਤਰ ਜਿਸ ਤਰ੍ਹਾਂ ਬਾਹਰ ਜਾਣ ਦਾ ਜ਼ਿਆਦਾਤਰ ਸਭ ਦਾ ਮਕਸਦ ਇਹ ਹੁੰਦਾ ਹੈ ਕਿ ਹਾਇਰ ਐਜੂਕੇਸ਼ਨ, ਯਾਨੀ ਕਿ ਇੱਕ ਅੱਛੀ ਜੌਬ, ਵੈਲ ਪੇਡ ਜੌਬ ਹੋਵੇ। ਇਸੇ ਤਰ੍ਹਾਂ ਦਾ ਰਹਿੰਦੇ ਕਦੀ ਕੁਝ ਲੱਗਿਆ ਤੁਹਾਨੂੰ ਕਿ ਕੁਝ ਐਜ਼ਾ ਅਜਿਹਾ ਕੈਂਡੀਡੇਟ ਤੁਹਾਡੇ ਸਾਹਮਣੇ ਬੈਠਾ ਬੜਾ ਹੀ ਮੁਸ਼ਕਿਲ ਹੈ, ਪਰ ਸਟਿਲ ਤੁਹਾਡੀ ਤੁਸੀਂ ਉਹਦੀ ਹੈਲਪ ਕੀਤੀ ਤੇ ਉਹ ਪਹੁੰਚ ਪਾਇਆ ਆਪਣੇ ਮਕਸਦ ਤੱਕ? ਹਾਂਜੀ, ਇਸ ਤਰ੍ਹਾਂ ਦੇ ਕਈ ਬੱਚੇ ਆਏ ਹਨ ਜਿਨ੍ਹਾਂ ਦੇ ਸਕੋਰ ਇੰਨਾ ਚੰਗਾ ਨਹੀਂ ਸੀਗਾ, ਤੇ ਉਹਨਾਂ ਨੂੰ ਫਿਰ ਰਾਈਟ ਪਾਥਵੇ ਅਸੀਂ ਗਾਈਡ ਕਰਦੇ ਹਾਂ ਕਿ ਤੁਸੀਂ ਡਿਪਲੋਮਾ ਕਰੋ, ਪਹਿਲੇ ਡਿਪਲੋਮਾ ਨੂੰ ਸਿਕਿਉਰ ਕਰੋ, ਉਹਦੇ ਬਾਅਦ ਤੁਸੀਂ ਬੈਚਲਰਸ ਡਿਗਰੀ ਤੇ ਜਾਓ ਜਾਂ ਮਾਸਟਰਸ ਡਿਗਰੀ ਤੇ ਜਾਓ। ਕਿਉਂਕਿ ਸਿੱਧਾ ਆਲਵੇਜ਼ ਐਵਰੀ ਕੰਟਰੀ ਹੈਜ਼ ਅ ਕਟ ਆਫ ਕਿ ਇੰਨਾ ਪਰਸੈਂਟ ਬੱਚੇ ਦਾ ਹੋਣਾ ਚਾਹੀਦਾ ਹੈ, ਪਰ ਪਾਥਵੇਜ਼ ਹੁੰਦੇ ਨੇ, ਰਾਈਟ ਗਾਈਡੈਂਸ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਬੱਚੇ ਨੂੰ ਪਹੁੰਚਾਉਣਾ ਹੈ। ਤੁਹਾਡੇ ਅਪਸ ਐਂਡ ਡਾਊਨਸ ਕਿਸ ਤਰ੍ਹਾਂ ਦੇ ਰਹੇ, ਔਰ ਫਿਰ ਕੀ ਸਟਰੈਂਥ ਰਹੀ ਤੁਹਾਡੀ? ਕਿਸ ਤਰ੍ਹਾਂ ਦੀ, ਅਗਰ ਕੋਈ ਮੁਸ਼ਕਿਲ ਆਈ ਤੇ ਕਿਸ ਤਰ੍ਹਾਂ ਤੁਸੀਂ ਉਹਦਾ ਸਾਹਮਣਾ ਕੀਤਾ, ਅਗਰ ਪਿੱਛੇ ਥੋੜਾ ਜਾ ਕੇ ਯਾਦ ਕਰੀਏ ਤਾਂ? ਸੀ ਇਨ ਐਵਰੀ ਬਿਜ਼ਨਸ ਹੋਏ ਜਾਂ ਲਾਈਫ ਹੋਏ, ਅਪ ਐਂਡ ਡਾਊਨਸ ਤਾਂ ਹੈਗੇ ਹੈ ਜੀ, ਦੈਟਸ ਫॉर ਸ਼ੋਰ। ਬਟ ਮੇਰਾ ਸਿਰਫ ਨਾ ਇੱਕ ਹੀ ਭਰੋਸਾ ਰਹਿੰਦਾ ਹੈ, ਉਹ ਹੈ ਵਾਹਿਗੁਰੂ ਤੇ। ਤਾਂ ਮੈਂ ਜਦ ਵੀ ਮੁਸ਼ਕਿਲ ਪਈ ਹੈ, ਮੈਂ ਸਿਰ ਨਾ ਚਿੱਤ ਕਰਦਾ, ਉਹਦੇ ਬਾਅਦ ਛੱਡ ਦਿੰਦਾ। ਕਿ ਜਿਸ ਤਰ੍ਹਾਂ ਪੰਖੇ ਦਾ ਰੈਗੂਲੇਟਰ ਘੁੰਮਦਾ ਹੈ, ਸਪੀਡ ਵੱਧਦੀ ਹੈ, ਇਸੇ ਤਰ੍ਹਾਂ ਜ਼ਿੰਦਗੀ ਉਹੀ ਚਲਾ ਰਹੇ ਹਨ, ਹਰ ਰੋਜ਼ ਦੀ ਸਾਡੀ ਹਰ ਮੁਸੀਬਤ ਵਿੱਚ ਵੀ ਉਹੀ ਕੱਢਦੇ ਹਨ, ਤੇ ਆਈ ਜਸਟ ਲੀਵ ਇਟ ਟੂ ਹਿਮ। ਓਕੇ, ਤੇ ਸਕਸੈਸਫੁਲ ਐਂਟਰਪ੍ਰੀਨਿਓਰ ਦੇ ਲਈ ਕੀ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਤੁਹਾਡੀ ਪਰਸਨੈਲਿਟੀ ਵਿੱਚ? ਸੀ ਸਭ ਤੋਂ ਪਹਿਲੇ ਸਕਸੈਸਫੁਲ ਐਂਟਰਪ੍ਰੀਨਿਓਰ ਨੂੰ ਪੀਪਲਸ ਪਰਸਨ ਹੋਣਾ ਚਾਹੀਦਾ ਹੈ, ਉਸਦੀ ਨੈਟਵਰਕਿੰਗ ਸਕਿੱਲ ਬਹੁਤ ਅੱਛੀ ਹੋਣੀ ਚਾਹੀਦੀ ਹੈ। ਹੀ ਔਰ ਸ਼ੀ ਹੈਜ਼ ਟੂ ਬੀ ਗਰਾਊਂਡਡ, ਆਪਣੀ ਜੜ੍ਹਾਂ ਨਾਲ ਜੁੜ ਕੇ ਰਹੇ, ਆਪਣੀ ਕਮਿਊਨਿਟੀ ਨਾਲ ਜੁੜ ਕੇ ਰਹੇ, ਬਿਕੋਜ਼ ਸਭ ਤੋਂ ਜ਼ਿਆਦਾ ਉਹਨੂੰ ਪਾਵਰ ਆਪਣੀ ਕਮਿਊਨਿਟੀ ਨੂੰ ਦੇਣੀ ਹੈ। ਲੋਕੀ ਕੀ ਕਰਦੇ ਹਨ, ਉਹ ਬਾਹਰ ਦੇਖਦੇ ਨੇ, ਅੱਗੇ ਪਿੱਛੇ ਦੇਖਦੇ ਨੇ, ਬਟ ਸਾਰੀ ਪਾਵਰ ਤੁਹਾਡੇ ਆਸ-ਪਾਸ ਹੀ ਹੁੰਦੀ ਹੈ। ਤੁਸੀਂ ਗੁਰਦੁਆਰੇ ਸਾਹਿਬ ਚਲੇ ਜਾਓ, ਤੁਹਾਡੀ ਪੂਰੀ ਕਮਿਊਨਿਟੀ ਤੁਹਾਡੇ ਕੋਲ ਹੈ। ਤੁਸੀਂ ਕਿਸੇ ਨਾਲ ਵੀ ਗੱਲ ਕਰੋਗੇ, ਮੈਂ ਇਹ ਬਿਜ਼ਨਸ ਕਰ ਰਿਹਾ ਜਾਂ ਮੈਂ ਇਸ ਪ੍ਰਪੋਜੀਸ਼ਨ 'ਚ ਆ ਰਿਹਾ, ਦੇ ਵਿਲ ਮੋਰ ਦੈਨ ਹੈਪੀ ਟੂ ਐਕਸਟੈਂਡ देयर ਹੈਂਡਸ। ਤੇ ਆਮ ਬੰਦਾ ਤੁਹਾਨੂੰ ਜਾਣਦਾ ਨਹੀਂ, ਤਾਂ ਉੱਥੇ ਕਿਉਂ ਜਾਣਾ ਤੁਸੀਂ? ਤਾਂ ਤੁਹਾਡੀ ਸਟਾਰਟ ਐਜ਼ ਅ ਐਂਟਰਪ੍ਰੀਨਿਓਰ, ਤੁਹਾਡੀ ਸਟਾਰਟ ਆਪਣੀ ਕਮਿਊਨਿਟੀ 'ਚ ਹੋਏਗੀ, ਤੇ ਆਈ ਆਲਵੇਜ਼ ਬਿਲੀਵ ਇਨ ਇਟ। ਔਰ ਇਹੀ ਮੈਨੂੰ WSCC ਵਰਲਡ ਸਿੱਖ ਚੈਂਬਰ ਆਫ ਕਾਮਰਸ, ਆਈ ਐਮ ਅ ਡਿਪਟੀ ਡਾਇਰੈਕਟਰ ਮਾਰਕੀਟਿੰਗ ਦੇਅਰ, ਮੈਨੂੰ ਉਹੀ ਮਿਲੀ। ਅੱਜ ਮੈਂ ਗੱਲ ਕਰਾਂ ਇਸ ਇਵੈਂਟ ਮੈਨੋਰ ਦੀ, ਜਿਨ੍ਹਾਂ ਨਾਲ ਮੇਰੀ ਪਾਰਟਨਰਸ਼ਿਪ ਹੋਈ ਹੈ, ਉਹ ਵੀ ਮੈਂਬਰ ਹੈਗੇ। ਮੈਂ ਮੈਲਬਨ ਵਿੱਚ ਸੀਗਾ, ਉਹ ਇੰਡੀਆ ਵਿੱਚ ਸੀਗੇ, ਅਸੀਂ ਕਦੀ ਫਿਜ਼ੀਕਲੀ ਨਹੀਂ ਮਿਲੇ ਸੀ, ਵੀ ਓਨਲੀ ਡਿਸਕਸ ਦ ਆਈਡੀਆਜ਼। ਮੈਂ ਇੱਥੇ ਆਇਆ, ਉਹਨਾਂ ਨਾਲ ਮਿਲਿਆ, ਔਰ ਦ ਕਰਕਸ ਇਜ਼ ਕਿ WSCC ਇਜ਼ ਦ ਕੋਰ, ਕਿ ਅਸੀਂ ਅੱਜ ਕੋਲੈਬੋਰੇਟ ਹੋ ਕੇ ਅਸੀਂ ਈਸਟ ਐਂਡ ਵੈਸਟ ਦੋ ਡਿਫਰੈਂਟ ਜ਼ੋਨਸ ਤੋਂ ਲੋਕਾਂ ਨੇ ਆ ਕੇ ਇੱਕ ਨਏ ਪਲੇਟਫਾਰਮ ਤੇ ਨया ਇਵੈਂਟ ਕੰਪਨੀ ਸਟਾਰਟ ਕੀਤੀ ਹੈ। ਤੁਸੀਂ ਹੁਣੀ ਇਵੈਂਟ ਕੰਪਨੀ ਜਿਵੇਂ ਤੁਸੀਂ ਕਿਹਾ ਸਟਾਰਟ ਕੀਤੀ ਹੈ, ਤੇ ਇਹਦੇ ਪਿੱਛੇ ਕੀ ਆਈਡੀਆ ਸੀ? ਸੀ ਇਸ ਦੇ ਪਿੱਛੇ ਬਸ ਇਹੀ ਆਈਡੀਆ ਸੀ ਮੇਰਾ, ਕਿ ਮੈਂ ਹਮੇਸ਼ਾ ਹੀ ਚਾਹੁੰਦਾ ਸੀ ਕਿ ਆਈ ਲਵ ਪੀਪਲ, while talking to people, meeting new people, going to events, interaction. I'm a very social person. Okay. ਠੀਕ ਹੈ, ਤੇ ਮੈਨੂੰ ਇੱਕ
ਇਹਨਾਂ ਨੂੰ ਮੈਨੂੰ ਸੀਡ ਮਿਲਿਆ ਕਿ ਹਾਂਜੀ somebody is into food and beverages and she is doing well. ਸੋ ਅਸੀਂ ਇਕੱਠੇ ਬੈਠ ਕੇ ਆਈਡੀਆ ਡਿਸਕਸ ਕੀਤਾ ਤਾਂ ਵਾਈ ਨਾਟ ਅ ਇਵੈਂਟ ਕੰਪਨੀ ਟੇਕ ਅ ਸਟੈਪ ਫਰਦਰ, ਜਿੱਥੇ ਅਸੀਂ ਨਵੇਂ ਲੋਕਾਂ ਤੋਂ ਮਿਲਾਂਗੇ, ਨਵੇਂ ਬਿਜ਼ਨੈਸਿਸ ਸਾਨੂੰ, ਕਾਰਪੋਰੇਟ ਬਿਜ਼ਨਸ ਸਾਨੂੰ ਮਿਲਣਗੇ ਐਂਡ देयर आर ਇਮੈਂਸ ਓਪਰਚੁਨਿਟੀਜ਼। ਸੋਰਸ ਆਫ એનર્ਜੀ, ਸੋਰਸ ਆਫ ਮੋਟੀਵੇਸ਼ਨ ਕੀ ਹੈ ਤੁਹਾਡਾ? ਸੋਰਸ ਆਫ ਮੋਟੀਵੇਸ਼ਨ ਜੀ ਮੈਂ ਤਾਂ ਇਹੀ ਕਹਿਣਾ ਕਿ ਤੁਸੀਂ ਬਸ ਸਵੇਰੇ ਗੁਰਬਾਣੀ ਨਾਲ ਸ਼ੁਰੂ ਕਰੋ ਆਪਣੀ ਜ਼ਿੰਦਗੀ, ਸਾਰੀ ਮੋਟੀਵੇਸ਼ਨ ਉੱਥੋਂ ਹੀ ਮਿਲਦੀ ਹੈ। ਬੀ ਆਲਵੇਜ਼ ਇਨ ਦ ਗ੍ਰੈਟੀਟਿਊਡ, ਜੋ ਵੀ ਤੁਹਾਡੇ ਕੋਲ ਹੈ ਉਸਦਾ ਥੈਂਕਸ ਕਰੋ। ਕਾਊਂਟ ਯੂਰ ਬਲੇਸਿੰਗਸ, ਆਪਣੀ ਬਲੇਸਿੰਗਸ ਨੂੰ ਰੋਜ਼ ਕਾਊਂਟ ਕਰੋ। ਇਹ ਨਾ ਦੇਖੋ ਕੀ ਨਹੀਂ ਹੈਗਾ, ਪਹਿਲੇ ਦੇਖੋ ਵਾਹਿਗੁਰੂ ਨੂੰ ਕੀ ਕੀ ਦਿੱਤਾ ਹੋਇਆ। ਉਹੀ ਸਾਰੀ ਮੇਰੀ ਕੋਰ ਹੈ, ਸਟਰੈਂਥ ਜੀ। ਤੇ ਤੁਹਾਡੇ ਕੋਈ ਆਈਡੀਅਲਸ ਹੈ ਤੁਹਾਡੇ ਕੋਲ? ਆਈਡੀਅਲਸ ਇਨ ਵਾਟ ਸੈਂਸ? ਕੋਈ ਸਕਸੈਸਫੁਲ ਬੰਦਾ ਹੈ ਅਜਿਹਾ ਜਿਹਨੂੰ ਤੁਸੀਂ ਦੇਖਦੇ ਹੋਗੇ ਕਿ ਹਾਂ ਇਹਦੀ ਜਰਨੀ, ਪ੍ਰੋਫੈਸ਼ਨਲ ਜਰਨੀ ਬੜੀ ਸਕਸੈਸਫੁਲ ਰਹੀ, ਮੈਂ ਵੀ ਇੱਥੇ ਤੱਕ ਪਹੁੰਚਣਾ ਜਾਂ ਇਸ ਤਰ੍ਹਾਂ ਦਾ ਸਕਸੈਸਫੁਲ ਪਰਸਨ ਮੈਂ ਵੀ ਬਣਨਾ? ਕੋਈ ਅਜਿਹਾ ਖਾਸ? ਟੂ ਬੀ ਓਨੈਸਟ ਵਿਦ ਯੂ, ਮੈਂ ਕਦੀ ਵੀ ਨਾ ਕਿਸੇ ਨਾਲ ਰੀਸ ਹੀ ਨਹੀਂ ਕੀਤੀ, ਕਿਉਂਕਿ ਹਰ ਇੱਕ ਦੀ ਜਰਨੀ ਆਪਣੀ ਹੈਗੀ ਹੈ। ਹੁਣ ਅਗਰ ਮੈਂ ਬਿਲ ਗੇਟਸ ਨੂੰ ਦੇਖਾਂ ਉਹ ਆਪਣੀ ਜਰਨੀ 'ਤੇ ਜਾ ਰਿਹਾ ਹੈ, ਮਗਰ ਅੰਬਾਨੀ ਨੂੰ ਦੇਖਾਂ ਉਹ ਆਪਣੀ ਜਰਨੀ 'ਤੇ ਜਾ ਰਿਹਾ ਹੈ। I can't compete, I can't go there, but yes, they teach us lot of things ਕਿ ਉਹਨਾਂ ਦੀ ਮੈਂ ਇਹ strategies ਪੁੱਛ ਰਹੀ ਸੀ ਕਿ ਉਹਨਾਂ ਤੋਂ ਕੁਝ ਕੋਈ ਐਸਾ ਕੁਝ ਆਈਡੀਆ ਉਹਨਾਂ ਦਾ ਤੁਹਾਨੂੰ ਲੱਗਿਆ ਹੋਵੇ ਹਾਂ ਇਹ ਬਹੁਤ ਅੱਛਾ ਹੈ? ਬੇਸਿਕਲੀ ਅਗਰ ਮੈਂ ਗੱਲ ਕਰਾਂ, ਸਪੋਜ਼ ਸੀ ਮਾਈਕਰੋਸਾਫਟ, ਬਿਲ ਗੇਟਸ ਦੀ ਮੈਂ ਕਾਫੀ ਇਨਫਲੂਐਂਸ ਹੁੰਦਾ। ਦ ਰੀਜ਼ਨ ਬਿਹਾਈਂਡ ਹੀ ਗਿਵਸ ਬੈਕ ਟੂ ਦ ਕਮਿਊਨਿਟੀ ਅ ਲੋਟ। ਉਹਨਾਂ ਦਾ ਆਈਡੀਆ ਸਕਸੈਸ ਇਹੀ ਹੈਗਾ ਕਿ ਉਹ ਬੰਦੇ ਜੋੜਦੇ ਹਨ, ਬਿਕੋਜ਼ ਸੀ ਹਾਊ ਮਚ ਹੀ ਇਜ਼ ਡੂਇੰਗ ਫॉर ਕੈਂਸਰ ਪੇਸ਼ੈਂਟਸ। ਯੂ ਗੋ ਟੂ US, ਉਹਨਾਂ ਦੇ ਸਕੂਲਸ ਵਿੱਚ ਜੋ ਬੱਚੇ ਪੜ੍ਹਦੇ ਸਭ ਦੇ ਕੋਲ ਆਪਣਾ ਪਰਸਨਲ ਲੈਪਟਾਪ ਫ੍ਰੀ ਹੈਗਾ, ਐਜੂਕੇਸ਼ਨ ਫ੍ਰੀ ਹੈਗੀ ਹੈ, 2-2 ਮੀਲਸ ਫ੍ਰੀ ਮਿਲਦੇ ਨੇ ਸਕੂਲਾਂ ਵਿੱਚ ਉਹਨਾਂ ਦੇ। ਤਾਂ ਇੰਨਾ ਕੁਛ ਉਹ ਦਿੰਦੇ ਨੇ, ਇੰਨਾ ਸਟਰੈਂਥ ਦਿੰਦੇ ਨੇ ਕਿ ਬੰਦੇ ਆਪਣੇ ਆਪ ਜੁੜਦੇ ਹਨ ਤੁਹਾਡੇ ਨਾਲ। ਕਿਉਂਕਿ ਆਈ ਆਲਵੇਜ਼ ਬਿਲੀਵ ਕਿ ਤੁਸੀਂ ਬਿਜ਼ਨਸ ਨਾ ਵੇਚੋ, ਤੁਸੀਂ ਆਪਣੀ ਪਰਸਨੈਲਿਟੀ ਤੋਂ ਵੇਚੋਗੇ ਤੇ ਤੁਸੀਂ ਬੰਦਿਆਂ ਨਾਲ ਕਨੈਕਟ ਕਰੋਗੇ ਤੇ ਬੰਦੇ ਆਪਣੇ ਆਪ ਤੁਹਾਡੇ ਕੋਲ ਬਿਜ਼ਨਸ ਲੈ ਕੇ ਆਉਣਗੇ। ਓਕੇ, ਤਾਂ ਸਕਸੈਸ ਮੰਤਰਾ ਕੀ ਹੈ ਤੁਹਾਡਾ? ਸਕਸੈਸ ਮੰਤਰਾ ਇੱਕ ਹੀ ਹੈ ਜੀ ਕਿ just keep working hard day in day out and success will follow you. You don't run after success, ਤੁਸੀਂ ਬਸ ਆਪਣੇ ਕਰਮ ਕਰੋ ਤੇ ਰੱਬ ਤੇ ਛੱਡੋ ਤੇ ਆਪਣੇ ਆਪ ਬਾਕੀ ਸਭ ਕੁਝ ਭਲਾ ਹੀ ਭਲਾ ਹੈ। ਇੱਕ ਬੜਾ ਅਲੱਗ ਜਿਹਾ ਕੁਐਸਚਨ, ਹਾਂਜੀ। ਸਪੋਜ਼ ਯੂ ਹੈਵ ਅ ਮੈਜਿਕ ਸਟਿਕ ਹਾਂਜੀ, in your hand, ਕੁਝ ਬਦਲਣਾ ਚਾਹੋਗੇ ਆਪਣੇ ਆਸ-ਪਾਸ? ਵੈਲ ਯੈਸ, ਅਗਰ ਤੁਸੀਂ ਕਹੋ ਤੇ ਸ਼ਾਇਦ ਜ਼ਿੰਦਗੀ ਦੇ ਕੁਝ ਇਸ ਤਰ੍ਹਾਂ ਦੇ ਸਾਲ ਨਿਕਲੇ ਹੈਗੇ ਨੇ ਕਿ ਅਗਰ ਮੇਰੇ ਕੋਲ ਹੁੰਦਾ ਤੇ ਆਈ ਕੁਡ ਹੈਵ ਰਿਵਰਸ ਦੈਟ ਟਾਈਮ। ਕੁਝ ਖਾਸ ਸ਼ੇਅਰ ਕਰ ਸਕਦੇ ਹੋ? ਖਾਸ ਇਹੀ ਹੈ ਜੀ ਕਿ ਜੋ ਐਜ਼ ਅ ਸਟੂਡੈਂਟ ਮੈਂ ਸਟਰਗਲ ਦੇਖੀ ਹੈ ਕੁਝ ਸਾਲ ਉੱਥੇ ਰਹਿ ਕੇ, and starting I belong to a business family here. I went on my own. My wife and my kid joined me after 1 year. I was alone 1 year. So that was a very hard time. ਤੇ ਉੱਥੋਂ ਦੁਬਾਰਾ ਇੱਕ ਕਿਰਾਏ ਤੋਂ ਘਰ ਤੋਂ ਸ਼ੁਰੂ ਕਰਨਾ, ਪੁਰਾਣੀ ਗੱਡੀ ਤੋਂ ਸ਼ੁਰੂ ਕਰਨਾ, ਬਾਅਦ ਵਿੱਚ ਆਪਣਾ ਘਰ ਬਣਾਉਣਾ, ਯੂ ਨੋ, ਦੈਨ ਕਾਰਸ ਐਂਡ ਐਵਰੀਥਿੰਗ। ਬਟ ਦੋਜ਼ ਟਾਈਮ ਜੋ ਸਟਰਗਲ ਸੀਗੀ ਨਾ, ਉਹ ਮੈਂ ਅਗਰ ਹੁੰਦਾ ਤੇ ਮੈਂ ਉਹਨੂੰ ਮੈਜਿਕ ਵਾਂਡ ਨਾਲ ਖਤਮ ਕਰ ਦਿੰਦਾ। ਤੇ ਉਸ ਟਾਈਮ ਇੰਨਾ ਖਾਸ ਕਰਕੇ ਕਿਸੇ ਵੀ ਸਕਸੈਸਫੁਲ ਬੰਦੇ ਦੀ ਲਾਈਫ 'ਚ ਮੈਨੂੰ ਲੱਗਦਾ ਹੈ ਕਿ ਇੱਕ ਟਫ ਟਾਈਮ ਜਾਂ ਚੈਲੰਜਿੰਗ ਟਾਈਮ ਉਹਨੂੰ ਕਹੀਏ ਬਹੁਤ ਇੰਪੋਰਟੈਂਟ ਹੁੰਦਾ ਹੈ, ਕਿਉਂਕਿ ਉਸ ਟਾਈਮ ਤੁਹਾਨੂੰ ਸਟਰੈਂਥ ਚਾਹੀਦੀ ਹੁੰਦੀ ਹੈ ਅੱਗੇ ਵਧਣ ਵਾਸਤੇ। ਜ਼ਿਆਦਾਤਰ ਲੋਕ ਤੇ ਰੁਕ ਜਾਂਦੇ ਆ ਜਾਂ ਪਿੱਛੇ ਚਲੇ ਜਾਂਦੇ ਆ, ਤਾਂ ਤੁਹਾਡੀ ਸਟਰੈਂਥ ਉਸ ਟਾਈਮ ਕੀ ਰਹੀ, ਜਿਵੇਂ ਤੁਸੀਂ ਸ਼ੇਅਰ ਕੀਤਾ ਕਿ ਅਜਿਹਾ ਟਫ ਟਾਈਮ ਤੁਹਾਡੀ ਲਾਈਫ 'ਚ ਆਇਆ? ਸੀ ਉਸ ਟਾਈਮ ਤੇ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੀ ਕੀ ਹੁੰਦੀ ਹੈ ਕਿ ਜਦ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਂਦੇ ਹੋ, then you are getting the path to success. ਜਦ ਤੱਕ ਤੁਸੀਂ ਉਹਦੀ ਸ਼ੈਲ ਵਿੱਚ ਰਹਿੰਦੇ ਹੋ, ਮਾਪੇ ਦੇ ਸ਼ੈਡੋ ਵਿੱਚ ਰਹਿੰਦੇ ਹੋ, ਤੁਸੀਂ ਨਹੀਂ ਵੱਧਦੇ, ਬਿਕੋਜ਼ ਤੁਹਾਨੂੰ ਪੱਕਾ ਪਕਾਇਆ ਹਰ ਚੀਜ਼ ਮਿਲ ਰਹੀ ਹੈ। ਬਟ ਜਦ ਤੁਸੀਂ ਖੁਦ ਜਾ ਕੇ ਫੈਚ ਕਰਦੇ ਹੋ ਤਾਂ ਤੁਹਾਡੀ ਗੇਮ ਸ਼ੁਰੂ ਹੁੰਦੀ ਹੈ। ਐਂਡ ਦੈਟ ਇਜ਼ ਮਾਈ ਸਟਰੈਂਥ ਕਿ ਜੋ ਸਟਰਗਲ ਮੈਂ ਦੇਖੀ ਉਹੀ ਮੇਰੀ ਸਟਰੈਂਥ ਹੈ ਅੱਜ ਕਿ ਮੈਂ ਇੱਥੇ ਖੜਾ ਜੀ। ਜਾਂ ਨਵੇਂ ਐਂਟਰਪ੍ਰੈਨਿਓਰਸ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਤੇ? ਮੈਂ ਨਵੇਂ ਐਂਟਰਪ੍ਰੈਨਿਓਰਸ ਨੂੰ ਇਹੀ ਕਹਾਂਗਾ ਜੀ ਕਿ ਆਪਣੇ ਆਪ ਨੂੰ ਹੰਬਲ ਰੱਖੀਏ, ਬੀ ਓਪਨ ਟੂ ਦ ਨਿਊ ਆਈਡੀਆਜ਼, ਕਮਿਊਨੀਕੇਟ ਮੋਰ, ਮੀਟ ਮੋਰ ਪੀਪਲ, ਔਰ ਆਪਣੇ ਆਈਡੀਆ ਤੋਂ ਪਹਿਲੇ ਨਾ ਲੋਕਾਂ ਨੂੰ ਸੁਣੋ। ਜਿੰਨਾ ਤੁਸੀਂ ਸੁਣੋਗੇ ਉਨੇ ਤੁਹਾਡੇ ਕੁਐਸਚਨਸ ਆਨਸਰ ਆਪਣੇ ਆਪ ਹੀ ਤੁਹਾਡੇ ਕੋਲ ਰੈਡੀ ਹੋਣਗੇ। ਟਰਾਈ ਟੂ ਰੀਡ ਮਾਈਂਡ ਕਿ ਅਗਲਾ ਬੰਦਾ ਕੀ ਕਹਿਣਾ ਚਾਹੁੰਦਾ ਹੈ, ਕਿਉਂ ਕਹਿ ਰਿਹਾ ਹੈ। And so many ideas can be involved, and this is how, you know, new business come in place, new ideas come in place. Like मैं
ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਾ, ਮੈਂ ਇਵੈਂਟਸ ਮੈਨਰ ਦਾ ਕੀਤਾ ਹੈ, ਮੈਂ 2 ਬੰਦਿਆਂ ਨਾਲ ਸਿਰਫ ਗੱਲ ਕੀਤੀ ਹੈ ਔਰ ਉਸ ਵਿੱਚੋਂ ਇੱਕ ਦਾ ਮੈਨੂੰ ਉਸੇ ਟਾਈਮ ਆ ਗਿਆ ਕਿ ਆਈ ਵਾਂਟ ਟੂ ਬੀ ਅ ਗਿਫਟਿੰਗ ਪਾਰਟਨਰ। ਆਈ ਐਮ ਇੰਟਰੋਡਿਊਸਿੰਗ ਅ ਨਿਊ ਪ੍ਰੋਡਕਟ ਜਿਸ ਦੀ ਮਸ਼ੀਨਰੀ ਲਗਾਈ ਹੈ, ਦੈਟ ਵਿਲ ਬੀ ਅ ਪ੍ਰੀਮੀਅਮ ਪ੍ਰੋਡਕਟ। ਇਟਸ ਲਾਈਕ ਅ ਸਵੀਟ ਵਿਦ ਅ ਨਿਊਟ੍ਰੀਸ਼ਨ ਐਂਡ ਆਈ ਵਿਲ ਪਲੀਜ਼ ਕਿ ਤੁਸੀਂ ਮੈਨੂੰ ਆਪਣਾ ਗਿਫਟਿੰਗ ਪਾਰਟਨਰ ਬਣਾ ਲਓ। ਦੈਟ ਇਜ਼ ਹਾਊ ਕਿ ਮੈਂ ਉਹਨਾਂ ਨੂੰ ਸਿਰਫ ਜਾਣਦਾ ਸੀ, ਇੱਕ ਵਾਰੀ ਮਿਲਿਆ, ਮੈਨੂੰ ਪਤਾ ਸੀ ਉਹ ਕਿਸ ਪ੍ਰੋਫੈਸ਼ਨ ਵਿੱਚ ਹੈਗੇ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਆਈਡੀਆ ਮੈਨੂੰ ਦੇ ਦੇਣਗੇ। ਸੋ ਆਈ ਲਿਸਨ, ਆਈ ਗ੍ਰੈਬਡ ਇਟ ਐਂਡ ਸ਼ੀ ਵਿਲ ਬੀ ਮਾਈ ਗਿਫਟਿੰਗ ਪਾਰਟਨਰ। ਸੋ ਯਾਨੀ ਜੀ ਬੀ ਓਪਨ ਹਾਂਜੀ ਟੂ ਆਈਡੀਆਜ਼, है ना, बी ओपन टू आइडियाज कि हाँ मैनू सब कुछ पता है। नहीं जी नहीं, सब एक शैल नहीं होना चाहिए जिਵੇਂ ਤੁਸੀਂ ਕਿਹਾ, ਕੰਫਰਟ ਜ਼ੋਨ ਤੋਂ ਬਾਹਰ ਨਿਕਲੋ, ਆਪਣੇ ਸ਼ੈਲ ਤੋਂ ਬਾਹਰ ਨਿਕਲੋ। ਹਾਂਜੀ, ਨਵਾਂ ਆਈਡੀਆ ਤੁਹਾਡੇ ਆਸ-ਪਾਸ ਹੈ, ਜਿਵੇਂ ਤੁਸੀਂ ਦੱਸਿਆ, ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਹੈਲਪ ਕਰੇਗਾ ਜ਼ਰੂਰ ਇਹ ਆਈਡੀਆ। ਹਾਂਜੀ, ਆਪਣੀ ਕਮਿਊਨਿਟੀ, ਸਿੱਖ ਕਮਿਊਨਿਟੀ ਵਾਸਤੇ ਕੀ ਸੋਚਦੇ ਹੋ ਤੁਸੀਂ? ਅਗਰ ਕੋਈ ਬਹੁਤ ਹੀ ਸਕਸੈਸਫੁਲ ਸਿੱਖ ਐਂਟਰਪ੍ਰੀਨਿਓਰ ਹੈ ਹਾਂਜੀ, ਤੇ ਉਹਨੂੰ ਕੀ ਕਰਨਾ ਚਾਹੀਦਾ ਆਪਣੀ ਕਮਿਊਨਿਟੀ ਵਾਸਤੇ? ਸੀ ਆਈ ਸਟਰੋਂਗਲੀ ਬਿਲੀਵ ਕਿ ਸਾਡੇ ਕੋਲ ਇਮੈਂਸ ਟੈਲੈਂਟ ਹੈਗਾ, ਸਮੁੰਦਰ ਹੈਗਾ ਸਿੱਖ ਕਮਿਊਨਿਟੀ ਵਿੱਚ, ਬਟ ਉਹ ਨਾ ਐਕਸਪਲੋਰ ਨਹੀਂ ਹੋ ਪਾ ਰਿਹਾ। ਦ ਰੀਜ਼ਨ ਬਿਹਾਈਂਡ ਕਿ ਸਾਰੇ ਨਾ ਆਪਣੇ ਹੀ ਸੈਲਫ ਵਿੱਚ ਇੰਗਰੋਸਡ ਹੈਗੇ। ਮੇਰੇ ਤੇ ਇਹੀ ਹੈ, ਮਤਲਬ ਤੁਸੀਂ ਕਹਿ ਲਓ ਦੀ ਪਲੀਡ ਹੀ ਹੈ, ਜੋ ਅਗਰ ਬੰਦਾ ਬਹੁਤ ਸਕਸੈਸਫੁਲ ਹੈ ਆਪਣੇ ਫੀਲਡ ਵਿੱਚ, ਉਹ ਅਗਰ ਕੋਈ ਨਵਾਂ ਆਈਡੀਆ ਲੈ ਕੇ ਆਉਂਦਾ ਹੈ ਤੇ ਆਪਣੀ ਕਮਿਊਨਿਟੀ ਨੂੰ ਪਹਿਲੇ ਦੇਖੇ, ਆਪਣੇ ਯੰਗਸਟਰਸ ਨੂੰ ਪਹਿਲੇ ਦੇਖੇ, ਉਹਨਾਂ ਨੂੰ ਚਾਂਸ ਦੇ, ਉਹਨਾਂ ਨੂੰ ਨਾਲ ਲੈ ਕੇ ਚਲੇ, ਐਂਡ ਬਾਈ ਹੈਲਪਿੰਗ 5 the 5 will help 25 and it's unstoppable then। और अपनी ही कम्युनिटी तो अब ग्रो करती जाएगी बिकॉज एक छोटा जा आइडिया 100 की ਲੱਖ ਚੀਜ਼ਾਂ ਕਰ ਸਕਦਾ ਹੈ ਇੱਕ ਹੀ ਚੀਜ਼। तो मैं यही बिलीव करदा जी। ਜਿਵੇਂ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਂ ਇੱਕ ਚੀਜ਼ ਜ਼ਰੂਰ ਫੀਲ ਕੀਤੀ ਹੈ ਕਿ ਗੁਰਬਾਣੀ ਔਰ ਸਿੱਖੀਜ਼ਮ ਪ੍ਰਿੰਸੀਪਲ ਜੋ ਹੈ ਬਹੁਤ ਬੜੀ ਸਟਰੈਂਥ ਹੈ ਤੁਹਾਡੀ ਲਾਈਫ 'ਚ। ਹਾਂਜੀ, ਤੇ ਕੋਈ ਖਾਸ ਸ਼ਬਦ ਯਾਦ ਆਂਦਾ ਹੋਵੇ ਤੁਸੀਂ? ਸੀ ਮੈਂ ਤੇ ਇੱਕ ਹੀ ਰਿਸਾਈਟ ਜ਼ਰੂਰ ਕਰਦਾ। ਵੈਸੇ ਤਾਂ ਗੁਰਬਾਣੀ ਸਮੁੰਦਰ ਹੈ ਜੀ, ਇतना ਖਜ਼ਾਨਾ ਹੈ, ਜਿੰਨਾ ਮਰਜ਼ੀ ਲੁੱਟ ਲਓ, ਰੋਜ਼ ਲੁੱਟੋ, ਬਟ ਨਾਨਕ ਚਿੰਤਾ ਮਤ ਕਰੋ, ਚਿੰਤਾ ਕਿਸੀ ਹੈ। ਇਹ ਸ਼ਬਦ ਇੰਨਾ ਪਾਵਰਫੁਲ ਹੈ ਕਿ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਤੁਸੀਂ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈਗੀ ਜਦ ਮੈਂ ਤੁਹਾਡੇ ਕੋਲ ਹਾਂ। ਲੈਟ ਮੀ ਡੂ ਦਾ ਵਰਕ। ਅਗਰ ਮੈਂ ਇੱਕ ਪੱਥਰ ਦੇ ਨੀਚੇ ਕੀੜੇ ਵਾਸਤੇ ਖਾਣਾ ਰੱਖ ਸਕਦਾ ਤੇ ਤੁਹਾਨੂੰ ਨਹੀਂ ਦਾਂਗਾ ਰਿਜ਼ਕ, ਤੇ ਤੁਸੀਂ ਮੇਰੇ ਤੇ ਛੱਡੋ, ਤੁਸੀਂ ਆਪਣਾ ਕਿਰਤ ਕਰੋ, ਬਾਹੀ ਕੰਮ ਮੇਰਾ। ਬਹੁਤ ਬਹੁਤ ਧੰਨਵਾਦ ਹਰਨੀਤ ਜੀ ਤੁਹਾਡਾ। ਬਹੁਤ ਕੁਝ ਤਾਂ ਮੈਂ ਵੀ ਸਿੱਖਿਆ ਤੁਹਾਡੇ ਕੋਲੋਂ, ਬਹੁਤ ਗੱਲਾਂ ਮੇਰੇ ਵੀ ਕੰਮ ਆਉਣਗੀਆਂ ਅੱਗੇ। ਔਰ ਜਿਹੜੇ ਸਾਡੇ ਦਰਸ਼ਕ ਹੈ ਜੋ ਸੁਣ ਰਹੇ ਹੋਣਗੇ, ਦੇਖ ਰਹੇ ਹੋਣਗੇ ਇੰਟਰਵਿਊ, ਮੈਨੂੰ ਲੱਗਦਾ ਉਹਨਾਂ ਨੂੰ ਵੀ ਬਹੁਤ ਹੈਲਪ ਮਿਲੇਗੀ। ਇਸ 'ਚ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੰਦਰਪ੍ਰੀਤ ਸਿੰਘ ਜੀ ਗਲੋਬਲ ਮੀਡੀਆਸ ਫਾਊਂਡੇਸ਼ਨ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਕਿ ਉਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ। ਇਟ ਇਜ਼ ਅ ਵੈਰੀ ਗੁੱਡ ਵੈਂਚਰ ਹੀ ਇਜ਼ ਇਨ, ਜਿੱਥੇ ਉਹ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਆ ਰਹੇ ਹਨ। ਉਹ ਸ਼ੋਅ ਕਰ ਰਹੇ ਹਨ ਆਪਣੀ ਕਿ ਕਿੰਨਾ ਟੈਲੈਂਟ ਹੈ, ਕਿੰਨਾ ਪ੍ਰੋਸਪੈਕਟਸ ਹਾਈ ਹੈਗੇ ਸਾਡੀ ਆਪਣੀ ਕਮਿਊਨਿਟੀ ਦੇ। ਇਸ ਵਿੱਚੋਂ ਇਸ ਉਪਰਾਲੇ ਨਾਲ ਬਹੁਤ ਮੋਟੀਵੇਸ਼ਨ ਮਿਲੇਗੀ ਆਪਣੀ ਸਿੱਖ ਕਮਿਊਨਿਟੀ ਨੂੰ ਅੱਗੇ ਵਧਣ ਦੀ, ਸਾਹਮਣੇ ਆਉਣ ਦੀ, ਔਰ ਨਏ ਬਿਜ਼ਨਸ ਵੈਂਚਰਸ ਵਿੱਚ ਆਉਣ ਦੀ, ਨਏ ਉਪਰਾਲੇ ਸ਼ੁਰੂ ਕਰਨ ਦੀ, ਜਿੱਥੇ ਅਸੀਂ ਬੱਚਿਆਂ ਵਾਸਤੇ ਐਜੂਕੇਸ਼ਨ, नए स्किल्स डेवलप कर सकिए। तो बहुत बहुत धन्यवाद जी। थैंक यू।